ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਲਾਈਵ ਦੇਖ ਰਿਹਾ ਸੀ ਵੀ ਤਾਂ ਜੋ ਪਤਾ ਚੱਲ ਸਕੇ ਕਿ 4 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ। ਪਰ ਮੈਨੂੰ ਇਸ ਗੱਲ ਦੀ ਨਿਰਾਸ਼ਤਾ ਹੋਈ ਹੈ ਕਿ 4 ਸਾਲਾਂ ਬਾਅਦ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਵੀ ਮੁੱਕਰ ਗਏ ਆ ਕਿ ਮੈਂ ਸਹੁੰ ਕਿਸ ਗੱਲ ਦੀ ਖਾਧੀ ਸੀ। ਸਟਾਰਟ ਹੀ ਉਹਨਾਂ ਸਹੁੰ ਤੋਂ ਕੀਤਾ ਸੀ ਕਿ ਮੇਰੇ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਕਿਸ ਗੱਲ ਦੀ ਸਹੁੰ ਜਿਹੜੀ ਹੈ ਗੁਟਕਾ ਸਾਹਿਬ ਦੀ ਫੜ ਕੇ ਤੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਤਖਤ ਦਮਦਮਾ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਕੁਝ ਸ਼ਬਦ ਕਹੇ ਸੀ। ਮੈਂ ਮਹਿਸੂਸ ਕਰਦਾ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਇਸ ਗੱਲ ਤੋਂ ਮੁੱਕਰਨਾ ਇਹ ਉਸ ਗੱਲ ਦੀ ਐਡਮਿਸ਼ਨ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਆਪ ਮੰਨ ਲਿਆ ਕਿ ਜਿਹੜੇ ਵਾਅਦੇ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਜਾਂ ਗੁਟਕਾ ਸਾਹਿਬ ਫੜ ਕੇ ਖਾਧੇ ਸੀ, ਕਸਮ ਖਾਧੀ ਸੀ, ਉਹ ਵਾਅਦੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਕਿਉਂਕਿ ਕੈਂਡੀਡੇਟ ਐਡਮਿਸ਼ਨ ਹੈ। ਇਹ ਤਾਂ ਕਦੀ ਨਹੀਂ ਹੁੰਦਾ ਕਿ ਅੱਜ 4 ਸਾਲਾਂ ਬਾਅਦ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ ਕਿ ਮੈਂ ਤਾਂ ਸਿਰਫ ਨਸ਼ਿਆਂ ਦੀ ਗੱਲ ਕੀਤੀ ਸੀ। ਅੱਜ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਮੈਂ ਨੌਕਰੀਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਦੋਂ ਗੁਟਕਾ ਸਾਹਿਬ ਹੱਥਾਂ 'ਚ ਫੜਿਆ ਸੀ। ਅੱਜ ਮੁੱਖ ਮੰਤਰੀ ਸਾਹਿਬ ਇਹ ਕਹਿਣ ਦੀ ਵੀ ਕੋਸ਼ਿਸ਼ ਕਰ ਰਹੇ ਆ ਕਿ ਜੋ ਕੁਝ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਇਹਦੀ ਤਾਂ ਕੋਈ ਅਹਿਮੀਅਤ ਹੀ ਨਹੀਂ, ਕਿ ਸਿਰਫ ਜਿਹੜੀ ਮੈਂ ਇੱਕ ਅੱਧੀ ਗੱਲ ਕਹੀ ਸੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹੀ ਪੂਰੀ ਕਰਨੀ ਸੀ। ਇਹਦਾ ਮਤਲਬ ਜਿਹੜੀ ਬਾਕੀ ਐਡੀ ਵੱਡੀ ਇਹ ਪੂਰੀ ਕਿਤਾਬ ਜਾਰੀ ਕੀਤੀ ਗਈ ਸੀ ਇਹਦੀ ਕੋਈ ਵੈਲਿਊ ਨਹੀਂ ਹੈ। ਇਸ ਲਈ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਦੀ ਸਹੁੰ ਤੇ ਆਉਣਾ ਕਿ ਉਹਨਾਂ ਨੇ ਕਿਹਾ ਕੀ ਸੀ। ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਝੂਠਾ ਪੈਣਾ ਪਏਗਾ ਕਿ ਕੱਲਾ ਮੂੰਹੋਂ ਨਹੀਂ ਬੋਲਿਆ ਸੀ, ਲਿਖਤੀ ਵੀ ਦਿੱਤਾ ਸੀ। ਪਹਿਲਾਂ ਜੋ ਮੂੰਹੋਂ ਬੋਲਿਆ ਸੀ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਉਣਾ। ਇਹ 'ਚ ਦੇਖੋ ਕਿ ਕੱਲੀ ਨਸ਼ਿਆਂ ਦੀ ਗੱਲ ਹੋਈ ਸੀ ਕਿ ਨਾਲ ਨੌਕਰੀਆਂ ਦੀ ਵੀ ਗੱਲ ਹੋਈ ਸੀ ਤੇ ਹੋਰ ਗੱਲਾਂ ਵੀ ਹੋਈਆਂ ਸੀ। ਰੋਕੋ ਜੀ, ਹੁਣ ਦੇਖੋ ਪਹਿਲਾਂ ਨਸ਼ਿਆਂ ਦੀ ਗੱਲ ਹੁੰਦੀ ਹੈ, ਉਦੋਂ ਬਾਅਦ ਹੁੰਦੀ ਹੈ ਕਿ ਹਰ ਪਿੰਡ ਦੇ ਵਿੱਚ ਗੁਟਕਾ ਸਾਹਿਬ ਹੱਥ ਦੇ ਵਿੱਚ ਹੀ ਆ, ਔਰ ਫਿਰ ਗੱਲ ਹੁੰਦੀ ਕਿ ਹਰ ਪਿੰਡ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਆ, ਮੈਂ ਉਹਨਾਂ ਨੂੰ ਨੌਕਰੀਆਂ ਦਿਆਂਗਾ। ਔਰ ਮੈਂ ਮਹਿਸੂਸ ਕਰਦਾ ਕਿ ਮੁੱਖ ਮੰਤਰੀ ਸਾਹਿਬ ਹੁਣ ਬੋਲੇ ਤੋਂ ਤਾਂ ਮੁੱਕਰ ਰਹੇ ਆ। ਇਹ ਕਾਂਗਰਸ ਦਾ ਮੈਨੀਫੈਸਟੋ ਹੈ, ਬੜੀਆਂ ਸੋਹਣੀਆਂ ਰੰਗਦਾਰ ਤਸਵੀਰਾਂ ਇਹਦੇ ਬਾਹਰਲੇ ਪੇਜ ਦੇ ਉੱਤੇ ਲੱਗੀਆਂ ਹੋਈਆਂ। ਹੁਣ ਮੈਂ ਇਹਦਾ 24 ਨੰਬਰ ਜਿਹੜਾ ਪੇਜ ਆ ਉਹ ਤੁਹਾਡੇ ਨਾਲ ਉੱਥੇ ਸਕਰੀਨ ਤੇ ਸਾਂਝਾ ਕਰਨ ਲੱਗਿਆ। ਜੋ ਕੁਛ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ, ਡਰੱਗ ਸਪਲਾਈ ਡਿਸਟ੍ਰੀਬਿਊਸ਼ਨ ਐਂਡ ਕੰਜ਼ੰਪਸ਼ਨ 4 ਹਫ਼ਤੇ, फिर ब्रैकेट लिखा 4 वीक्स विच बंद, डन विद ड्रग्स इन 4 वीक्स। इन्ना क्लीयर किया भी अंग्रेजी दे विच भी पंजाबी वाड़ी हुई है भी किसी नूं भुलेखा ना लग जाए। दोबारा मैं पढ़दा मुख्यमंत्री साहब कोले शाम नूं जाके पुछ लिओ कि ये उन्हां दा ही मैनीफेस्टो है। ड्रग सप्लाई डिस्ट्रीब्यूशन एंड कंजप्शन 4 हफ्ते 4 वीक्स विच बंद, फिर ब्रैकेट लिखा डन विद ड्रग्स इन 4 वीक्स। हुण मुख मंत्री साहब नूं पुछ लिओ जे जाके शाम नूं दोबारा कि ये जिहड़ा डॉकूमेंट है ये तुहाडा ही जारी किया होया, कांग्रेस पार्टी ने जारी किया होया,
ना तुहाडे बोलन दे विच कोई होर फर्क है, ना तुहाडे लिखे दे विच कोई फर्क है। ते अज 4 साल बाद जदों तुसीं ये कहिंदे हो कि मैं ये सौ नहीं चुकी सी, ते तुसीं अपने आप एडमिट करदे हो कि मैं ਜਿਹੜਾ वादा कीता सी पंजाब दी जनता दे नाल ਉਹਦੇ ਤੋਂ मुकर रहा। और दूजी गल कि ਜਿਹੜੀਆਂ बाकी गल्लां कहियां सी कि 90,000 करोड़ का सारा करजा माफ़ करने की गल नहीं कही सी कि सरकारी बैंकों का करजा, प्राइवेट बैंकों का करजा, सहकारी बैंकों का करजा, आड़तियां का करजा, कि वो ਜਿਹੜੇ पंजाब के ਥਾਂ-ਥਾਂ ਤੇ खड़ के भाषण दिते सी कि ਉਹਦੇ वास्ते मुख्यमंत्री साहब जवाबदेह नहीं है। मैं वो भी ਤੁਹਾਨੂੰ ਸੁਣਾਉਣੇ ਚਾਹਾਂਗਾ, वो भी ਤੁਸੀਂ ध्यान ਨਾਲ सुन लियो। ਲਓ ਜੀ, ਹੁਣ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਪੁੱਛ ਲਿਓ ਕਿ ਜਿਹੜਾ 4,200 ਕਰੋੜ ਦਾ ਤੁਸੀਂ ਕ੍ਰੈਡਿਟ ਲੈ ਰਹੇ ਹੋ, ਇਹ ਜਿਹੜਾ ਕ੍ਰੈਡਿਟ ਹੈ, ਇਹ ਜਿਹੜੀ ਕਿਸਾਨਾਂ ਨੂੰ ਪੈਨਲਟੀ ਪਈ ਹੈ ਤੁਹਾਡੇ ਟਾਈਮ ਸਿਰ ਉਹਨਾਂ ਕਰਜ਼ਾ ਵੀ ਨਾ ਮਾਫ ਕਰਨ ਦੀ, ਇਹ ਉਸ ਤੋਂ ਵੀ ਕਈ ਗੁਣਾ ਘੱਟ ਹੈ। ਕਿਉਂਕਿ ਤੁਸੀਂ ਵਾਅਦਾ ਕੀਤਾ ਸੀ, ਲੋਕਾਂ ਨੂੰ ਐਲਾਨ ਕਰ ਦਿੱਤਾ ਸੀ जिस दिन पहली विधान सभा हुई सी कि अज तो बाद तुहानू अपना करजा देने की लोड़ नहीं है, तो लोगों ने करजा वापस नहीं किया सी। उन्होंने जिहड़ी 3% रिबेट मिलनी सी टाइम सिर करजा वापस करके वो नहीं मिली, और 4% उन्होंने लोगों को पेनल्टी देनी पई। वो सारी कीमत जिहड़ी है, जिन्ना तुसीं टोटल करजे माफ़ी का क्रेडिट लैंदे हो 4,000 करोड़ का, उस तो जिहड़ी है वो वध है। पर मैं ये भी उम्मीद करता सी कि अज मुख्यमंत्री साहब जिहड़ी 2500 रुपए अनएम्पलॉयमेंट अनाउंस इस मैनीफेस्टो दे विच लिखिया होया, अज उहदे बारे क्यों चुप है? अज जिहड़ी पेंशन उन्होंने 2500 रुपए पहले साल तो देने की गल कीती सी, अज उहदे बारे क्यों चुप है? अज 51,000 शगन स्कीम ਜਿਹੜੀ 2017 ਤੋਂ ਉਹਨਾਂ ਨੇ ਦੇਣੀ ਸੀ, ਅੱਜ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਵਿਸਤਾਰ ਦੇ ਵਿੱਚ ਨਹੀਂ ਦੱਸਿਆ। ਔਰ ਜਿਹੜਾ ਸਾਰੇ ਦਲਿਤ ਭਰਾਵਾਂ ਨੂੰ ਇੱਕ ਇੱਕ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਔਰ ਇੰਡਸਟਰੀ ਨੂੰ ਜਿਹੜੀ 5 ਰੁਪਏ ਯੂਨਿਟ ਬਿਜਲੀ ਦੇਣ ਦੀ ਗੱਲ ਕੀਤੀ ਸੀ, ਅੱਜ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਚੁੱਪ ਸੀ। ਮੈਂ ਤੁਹਾਡੇ ਰਾਹੀਂ ਫਿਰ ਜਵਾਬ ਲੈਣੇ ਚਾਹਾਂਗਾ ਕਿ ਬਹੁਤ ਕੁਝ ਇਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ। ਤੁਸੀਂ 85% ਕਹਿੰਦੇ ਹੋ, ਮੈਂ ਕਹਿੰਦਾ ਤੁਸੀਂ 5% ਵੀ ਸਾਬਤ ਕਰਦੇ ਹੋ ਤੇ ਸਾਨੂੰ ਜੋ ਕਹੋਗੇ ਅਸੀਂ ਮੰਨਣ ਵਾਸਤੇ ਤਿਆਰ ਹਾਂ। ਇੱਕ ਮੁੱਖ ਮੰਤਰੀ ਦੇ ਵਕਾਰੀ ਅਹੁਦੇ ਤੇ ਬੈਠ ਕੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਇਸ ਪੱਧਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ। ਔਰ ਦੂਜੀ ਗੱਲ ਹੈ कि घंटे तो वध समा प्रेस कॉन्फ्रेंस चली है। 1/3 पंजाब दे विच दलित भाईचारे की आबादी है, तो एक भी गल का जिक्र मुख्यमंत्री साहब ने कि दलित भाईचारे वास्ते असी 4 सालों के विच की कीता, एक भी गल सूबे की 1/3 आबादी वास्ते मुख्यमंत्री साहब ने क्यों नहीं की, ये भी मैं तुहाडे राहीं अज फिर उन्हां तों जवाब चाहुंदा। और दूजी गल है कि मुख्यमंत्री साहब ने अपनी हैल्थ का तो जिक्र किया, मैनू भी खुशी हुई, मैं उन्होंने लंबी उम्र वास्ते कामना करदा, और इस गल की भी जान के मैनू खुशी हुई कि 10 किलो उन्हों का भार घट गया।
क्योंकि उन्होंने कोले समा बहुत सी, ना दफ्तर जाने की लोड़ पई 4 साल, ना सैकटरीएट जाने की लोड़ पई, जगह बहुत खुली सी फार्म हाउस से। इस करके उसकी सचज्जी वरतों उन्होंने की, 10 किलो भार घटिया, सेहत उन्होंने इंप्रूव हुई। मैं अरदास भी करदा कि उन्होंने सेहत होर बैटर होवे, क्योंकि साडे भी वो मुख्य मंत्री है। पर सूबे की जिहड़ी हालत खराब हुई है ਉਹਦਾ ਜ਼ਿਕਰ ਉਹਨਾਂ ਨੂੰ ਅੱਜ ਜ਼ਰੂਰ ਕਰਨਾ ਚਾਹੀਦਾ ਸੀ, क्योंकि मनप्रीत बादल जी तो बजट पेश करके चले गए, आपोजिशन ਨੂੰ वैसे बाहर कढ़ दिता सी। पर अज मुख्यमंत्री साहब ਨੂੰ दसना चाहिए सी कि 1,38,000 का इफैक्टिव बजट पेश किया गया सी, क्योंकि 30,000 वेज एंड मीन का इफैक्टिव बजट 1,38,000 करोड़ का सी। और करजा अज सूबे दे विच 2,73,707 करोड़ का, बजट 1,38 का, करजा 2,73 का। जिन्ना सूबे का बजट है उस तो डबल करजा। ये किस तरह होया, ये भी जिहड़ी एक्सप्लेनेशन है मुख्यमंत्री साहब ने नहीं दी। मैं उन्होंने तो पूछना चाहुंदा कि तुसी कह रहे हो कि असी बड़ा कुछ इंप्रूव किया, रैवन्यू बड़ा इनक्रीज़ किया, एक्साइज का रैवन्यू बड़ा इनक्रीज़ किया, तो इन्ना फर्क क्यों है कि जिन्ना तुहाडा सूबे का टोटल बजट है उस तो डबल इस वेले पंजाब के उत्ते करजा। और दूजा मैं ये भी पूछना चाहता सी कि 1984 तो लैके 2017 तक टोटल करजा पंजाब ते 1,72,000 करोड़ है, तो हुणे ही इन्हां 4 सालों के 1 लाख करोड़ का वाधा किवें होया? ये जिहड़ा करजा लिया तुसी नॉन प्रोडक्टिव डैट, जे तुहाडा अपना रैवन्यू इनक्रीज़ होया हुंदा ते इन्हां तुहानूं नॉन प्रोडक्टिव डैट जिहड़ा वो लैण दी लोड़ क्यों पई? इस गल दी भी एक्सप्लेनेशन जिहड़ी है वो सीएम साहब नूं देनी चाहिए, क्योंकि पिछले साल का कैपीटल एक्सपेंडिचर कल्ला 6,822 है। ये बजट डॉकूमेंट है, तो फिर करजा किस काम वास्ते लिया गया? इसका मतलब कि डिवेलपमेंट के उत्ते तो सिर्फ एक्सपेंडिचर 6800 करोड़ का पिछले साल का, तो यही काम उस तो पहले साल होया, क्योंकि डिवेलपमेंट का टोटल बंद पई है। तो फिर जिहड़ा 1 लाख करोड़ का करजा ये सरकार ने कल्ला इन्हां सालों के विच चढ़ा दिता, वो किस काम वास्ते गया? उसका भी जवाब जिहड़ा वो मुख्यमंत्री साहब नूं देना चाहिए सी, लेकिन अफसोस है कि उन्होंने वो जवाब नहीं दिता। और दूजी मैं उम्मीद करता सी कि जदों 4 सालों की कारगुजारी मुख्यमंत्री साहब हिसाब किताब देणगे तो उदों जिहड़े स्कैंडल होए आ उन्हां दे उत्ते भी कुछ रोशनी पाउणगे, क्योंकि असी हर वारी बड़ी उच्ची आवाज़ दे विच डिमांड की हर स्कैंडल तो बाद कि इहदी इनकुआरी होएगी। वैसे तो मुख्यमंत्री साहब क्लीन चिट पहले ही दे देंगे हैं, पर असी आस करते सी कि जिहड़ा 5600 करोड़ का रैवन्यू लॉस का झगड़ा मुख सकत्तर दे विच ते कैबिनेट मंत्रियों दे विच पिया सी, उहदी असलीयत की है वो मुख्यमंत्री साहब ने क्यों बयान की कि जिहड़ा अपना एडा वड्डा करफ्यू के दौरान शराब की विक्री की चोरी होंदी रही, डिस्टिलरियां दे विचों शराब जिहड़ी है वो डायरैक्ट बाहर विकदी रही, घरां दे विच होम डिलीवरी होंदी रही, वो पैसा खजाने दे विच क्यों नहीं जमा होया? उसदा कोई जवाब मुख्यमंत्री साहब ने नहीं दिता। जिहड़ा पावर कंपनियां ने सरकार की मिली भुगत नाल केस जित के 4400 करोड़ रुपए का घाटा बिजली बोर्ड नूं पाया, ਉਹਦਾ भी मुख्यमंत्री साहब ने नहीं दसिया कि उन्होंने अफसरां नूं की सज़ा दी गई, की रिस्पोंसिबिलिटी फिक्स की गई, एजी ऑफिस तो की हिसाब किताब लिया गया कि ਜਿਹੜੇ केस अकाली सरकार जित के गई सी वो केस उपरली अदालत च किवें हरे ते ਉਹਦੀ सज़ा सूबे नूं एडी वड्डी किवें मिली, ਇਹਦਾ भी कोई जिक्र उन्होंने नहीं किया। एक ਜਿਹੜੇ ਸਾਡੇ SC BC ਬੱਚਿਆਂ ਦਾ पोस्ट मैट्रिक स्कॉलरशिप है ਉਹਦਾ 64 करोड़ का एडिशनल चीफ सैकटरी सोशल वैलफेयर ने उस वेले चीफ सैकटरी नूं रिपोर्ट भेजी सी कि यह मंत्री ने घपला किया। तो अज असीं चाहुंदे सी कि दलित विद्यार्थियों के हित वास्ते मुख्यमंत्री साहब दस दे कि इहदी असलीयत की है, पर इत्थे भी वो चुप रहे। जिहड़ियां जहरीली शराब करके 125 मौतां होईयां माझे के 3 ਜ਼ਿਲ੍ਹਿਆਂ ਦੇ ਵਿੱਚ,
और ਜਿਹੜੀ 3 ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਇੱਕ ਖੰਨੇ ਦੇ ਕੋਲ ਔਰ 2 ਰਾਜਪੁਰੇ ਦੇ ਕੋਲ, ਉਹਦੇ ਬਾਰੇ ਵੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ, ਕਿਉਂਕਿ ਪਹਿਲੀ ਵਾਰੀ ਸੂਬੇ ਦੇ ਵਿੱਚ ਹੋਇਆ ਸੀ ਕਿ ਸ਼ਰਾਬ ਦੇ ਵਿੱਚ ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ ਔਰ ਕਾਂਗਰਸ ਐਮਐਲਏ ਦੇ ਉਹਦੇ 'ਚ ਨਾਮ ਆਏ। ਔਰ ਉਹ 'ਚ ਕੀ ਫਾਲੋਅਪ ਐਕਸ਼ਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹਦਾ ਕੋਈ ਜ਼ਿਕਰ ਨਹੀਂ। ਰਾਸ਼ਨ ਦਾ ਸਕੈਮ ਜਦੋਂ ਕਰਫਿਊ ਲੱਗਿਆ ਸੀ ਲਾਕਡਾਊਨ ਦੇ ਦੌਰਾਨ, ਉਹਦਾ ਵੀ ਕੋਈ ਜ਼ਿਕਰ ਜਿਹੜਾ ਕਿਸੇ ਤਰੀਕੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਨਹੀਂ ਕੀਤਾ। ਇੱਕ ਉਹਨਾਂ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਸਰਕਾਰ ਵੇਲੇ ਜਿਹੜਾ ਰੇਤਾ ਤੋਂ ਸੈਂਡ ਤੋਂ ਰੈਵਨਿਊ ਆਉਂਦਾ ਸੀ 35 ਕਰੋੜ ਆ ਤੇ ਹੁਣ 350 ਕਰੋੜ ਆ। ਵੈਸੇ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਕੁਝ ਪੱਤਰਕਾਰ ਵੀਰਾਂ ਨੇ ਉੱਥੇ ਪੁੱਛਿਆ ਸੀ ਕਿ 350 ਕਰੋੜ ਜਮ੍ਹਾਂ ਤਾਂ ਹੋਇਆ ਨਹੀਂ, ਗਿਆ ਕਿੱਥੇ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਅਕਾਲੀ ਸਰਕਾਰ ਵੇਲੇ ਪਾਲਿਸੀ ਸੀ ਉਹ ਰੇਤਾ ਤੋਂ ਰੈਵਨਿਊ ਲੈਣ ਵਾਸਤੇ ਨਹੀਂ ਸੀ, ਪਬਲਿਕ ਨੂੰ ਰੇਤਾ ਸਸਤਾ ਦੇਣ ਵਾਸਤੇ ਰਿਵਰਸ ਬਿਡਿੰਗ ਹੁੰਦੀ ਸੀ। ਰਿਵਰਸ ਬਿਡਿੰਗ ਦਾ ਮਤਲਬ ਹੈ ਕਿ ਰੇਤਾ ਦਾ ਰੇਟ ਤੈਅ ਕਰ ਦਿੱਤਾ ਗਿਆ ਸੀ ਕਿ ਇਦੋਂ ਵੱਧ ਬਾਜ਼ਾਰ 'ਚ ਨਹੀਂ ਵਿਕ ਸਕਦੀ, ਤੇ ਫਿਰ ਠੇਕੇਦਾਰ ਨੂੰ ਕਿਹਾ ਸੀ ਕਿ ਤੈਨੂੰ ਕਿੰਨੇ ਘੱਟ ਤੋਂ ਘੱਟ ਵਾਰਾ ਖਾਂਦੀ ਆ। ਸਰਕਾਰ ਨੇ ਆਪਣਾ ਰੈਵਨਿਊ ਲੋਕਾਂ ਨੂੰ ਛੱਡ ਦਿੱਤਾ ਸੀ ਕਿ ਰੇਟ ਇਸ ਤੋਂ ਵੱਧ ਰੇਟ ਤੋਂ ਨਹੀਂ ਜਾਣੀ ਚਾਹੀਦੀ, ਉਹਨੂੰ ਰਿਵਰਸ ਬਿਡਿੰਗ ਕਹਿੰਦੇ ਆ। ਤੇ ਤੁਸੀਂ ਆ ਕੇ ਕੰਪੀਟੀਟਿਵ ਬਿਡਿੰਗ ਕੀਤੀ ਸੀ ਉਸ ਪਾਲਿਸੀ ਨੂੰ ਬੰਦ ਕਰਕੇ, ਤੇ 1100 ਕਰੋੜ ਤੋਂ ਵੱਧ ਦਾ ਤੁਸੀਂ ਐਨੂਅਲ ਰੈਵਨਿਊ ਉਸ ਵੇਲੇ ਵਿੱਤ ਮੰਤਰੀ ਸਾਹਿਬ ਨੇ ਕਲੇਮ ਕੀਤਾ ਸੀ। ਇੱਕ ਤਾਂ 1100 ਕਰੋੜ ਤੋਂ 350 ਤੇ ਆ ਗਏ, ਤੇ 350 ਚੋਂ ਫੇਰ ਨਹੀਂ ਦੱਸਿਆ ਕਿ ਆ ਪਿਛਲੇ ਕਰਫਿਊ ਦੇ ਵਿੱਚ ਕਿੰਨੀ ਉਹਨਾਂ ਨੂੰ ਰਿਆਇਤ ਦਿੱਤੀ ਗਈ, ਇਹਦਾ ਜ਼ਿਕਰ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਕੀਤਾ। ਤੇ ਰੇਤਾ ਦੇ ਰੇਟ ਕਿੰਨੇ ਵੱਧ ਗਏ, ਉਹਦਾ ਪਬਲਿਕ ਨੂੰ ਕਿੰਨਾ ਨੁਕਸਾਨ ਹੋਇਆ, ਇਹਦਾ ਵੀ ਜ਼ਿਕਰ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕੀਤਾ। ਇਸ ਕਰਕੇ ਮੈਂ ਉਮੀਦ ਕਰਦਾ ਸੀ ਕਿ ਇਹਦਾ ਵੀ ਜ਼ਿਕਰ ਮੁੱਖ ਮੰਤਰੀ ਅਗਰ ਕਰਦੇ ਤੇ ਉਹਦੇ ਨਾਲ ਲੋਕਾਂ ਦੀ ਸੰਤੁਸ਼ਟੀ ਜਿਹੜੀ ਸੀ ਉਹ ਜ਼ਿਆਦਾ ਹੋ ਸਕਦੀ ਸੀ। ਇਹ ਕੁਝ ਭਖਵੇਂ ਮੁੱਦੇ ਸੀ ਇਸ ਵੇਲੇ ਕਿਸਾਨੀ ਦੇ ਨਾਲ ਸੰਬੰਧਿਤ ਕਿ ਐਫਸੀਆਈ ਨੇ ਜਿਹੜੀਆਂ ਚਿੱਠੀਆਂ ਨਵੀਆਂ ਲਿਖੀਆਂ ਕਿ ਕਿਸਾਨਾਂ ਨੂੰ ਪੇਮੈਂਟ ਦੇਣ ਵਾਸਤੇ ਉਹਨਾਂ ਦੇ ਖਾਤੇ ਦੇ ਵਿੱਚ ਉਹਨਾਂ ਦਾ ਰੈਵਨਿਊ ਰਿਕਾਰਡ ਜਿਹੜਾ ਉਹ ਪਹਿਲਾਂ ਜਿਹੜਾ ਉਹ ਦੇਣਾ ਪਏਗਾ। ਇਹ ਚਿੱਠੀ ਪਹਿਲਾਂ ਪਿਛਲੇ ਸਾਲ ਆਈ ਸੀ ਤੇ ਸਰਕਾਰ ਨੇ ਗੁਪਤ ਰੱਖੀ, ਸਮਝੌਤਾ ਕੀਤਾ ਐਫਸੀਆਈ ਦੇ ਨਾਲ ਕਿ ਹਾਲੇ ਇਸ ਵਾਰੀ ਕੋਵਿਡ ਕਰਕੇ ਅਸੀਂ ਨਹੀਂ ਦੇ ਸਕਦੇ, ਅਗਲੀ ਵਾਰੀ ਦੇ ਦਿਆਂਗੇ। ਉਹ ਚਿੱਠੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਉਹ ਸਾਡੇ ਕੋਲ ਹੈ, ਅੱਗੇ ਮੀਡੀਆ ਦੇ ਵਿੱਚ ਪੇਸ਼ ਵੀ ਅਸੀਂ ਕੀਤੀਆਂ। ਤੇ ਮੁੱਖ ਮੰਤਰੀ ਸਾਹਿਬ ਨੂੰ ਇਹਦੀ ਅਸਲੀਅਤ ਦੱਸਣੀ ਚਾਹੀਦੀ ਸੀ ਕਿ ਤੁਸੀਂ ਅੰਦਰ ਖਾਤੇ ਜਿਵੇਂ ਤਿੰਨੇ ਕਾਲੇ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਸੀ ਹਾਈ ਪਾਵਰਡ ਕਮੇਟੀ ਦੇ ਵਿੱਚ, ਤੇ ਐਵੇਂ ਹੀ ਤੁਸੀਂ ਐਫਸੀਆਈ ਨੂੰ ਸਹਿਮਤੀ ਦਿੱਤੀ ਹੋਈ ਹੈ ਕਿ ਅਸੀਂ ਕਿਸਾਨਾਂ ਦੇ ਜ਼ਮੀਨ ਦੇ ਰਿਕਾਰਡ ਫਰਦਾਂ ਤੁਹਾਨੂੰ ਦੇ ਦਿਆਂਗੇ। ਅੱਜ ਮੁੱਖ ਮੰਤਰੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ ਇਹ ਕਿਵੇਂ ਹੋਇਆ ਔਰ ਇਹਦੇ ਵਾਸਤੇ ਉਹਨਾਂ ਨੇ ਹੁਣ ਤੱਕ ਕੀ ਕੀਤਾ। ਇਹ ਆਉਣ ਵਾਲੀ ਜਿਹੜੀ ਪ੍ਰੋਕਿਊਰਮੈਂਟ ਹੈ ਕਣਕ ਦੀ ਉਹਨੂੰ ਇਫੈਕਟ ਕਰੇਗੀ। ਇੱਕ ਅੱਜ ਖਬਰ ਸੀ ਸਵੇਰੇ ਅਖਬਾਰਾਂ ਦੇ ਵਿੱਚ ਕਿ ਐਫਸੀਆਈ ਨੇ ਹੋਰ ਜਿਹੜੇ ਅੱਗੋਂ ਰੂਲਸ ਹੈ ਉਹ ਟਾਈਟ ਕਰ ਦਿੱਤੇ, ਪ੍ਰੋਕਿਊਰਮੈਂਟ ਦੇ ਜਿਹੜੇ ਨਾਰਮ ਹੈ ਉਹ ਜ਼ਿਆਦਾ ਸਖਤ ਕਰ ਦਿੱਤੇ ਆ। ਜਿਹੜੀ ਮਾਇਸਚਰ ਦੀ ਰਿਲੈਕਸੇਸ਼ਨ ਅੱਗੇ 14% ਤੱਕ ਸੀ ਉਹ ਵੀ 12% ਤੱਕ ਜਿਹੜੀ ਹੈ ਕਿਹਾ। ਹੋਰ ਵੀ ਚੀਜ਼ਾਂ ਦੇ ਵਿੱਚ ਕਾਫੀ ਜਿਹੜੀ ਹੈ ਉਹ ਸਕੰਜਾ ਕੱਸਿਆ, ਜਿਹਦੇ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਬੇਈਮਾਨ ਹੋ ਰਹੀ ਹੈ ਜਿਹੜੀ ਕਣਕ ਦੀ ਪਰਚੇਜ਼ ਤੋਂ, ਤੇ ਸਾਡੀ ਕਣਕ ਦੀ ਫਸਲ ਆਉਣ ਵਾਲੀ ਹੈ। ਮੈਂ ਸਮਝਦਾ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਇਸ਼ੂ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਤੋਂ ਜਿਹੜਾ ਅੱਜ ਅਸੀਂ ਸੁਣਨਾ ਚਾਹੁੰਦੇ ਸੀ, ਪਰ ਮੁੱਖ ਮੰਤਰੀ ਸਾਹਿਬ ਨੇ ਇਹਦੇ ਉੱਤੇ ਵੀ ਆਪਣੀ ਚੁੱਪੇ ਕਿਉਂ ਵੱਟੀ ਹੈ। ਹੁਣ ਅੰਦਰ ਖਾਤੇ ਕੋਈ ਕੀ ਸਮਝੌਤਾ ਹੋਇਆ ਕੇਂਦਰ ਸਰਕਾਰ ਨਾਲ, ਇਹ ਵੀ ਉਹਨਾਂ ਨੂੰ ਦੱਸਣਾ ਚਾਹੀਦਾ। ਮੈਂ ਸਾਰੀ ਗੱਲ ਤੇ ਦੇਖ ਰਿਹਾ ਸੀ ਕਿ ਦੋ ਗੱਲਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਪ੍ਰਾਪਤੀ ਦੇ ਤੌਰ ਤੇ ਸ਼ੋਅ ਕੀਤੀਆਂ ਵੀ ਕਰਫਿਊ ਦਾ ਟਾਈਮ 11 ਤੋਂ 9 ਵਜੇ ਤੱਕ ਕਰ ਦਿੱਤਾ ਗਿਆ। ਇਹ ਦੱਸੋ ਸੂਬੇ ਦੀ ਪ੍ਰਾਪਤੀ ਹੈ। ਦੂਜਾ ਦੱਸ ਰਹੇ ਸੀ ਕਿ ਡਰੋਨ ਲਗਾਤਾਰ ਆ ਰਹੇ ਆ ਵੀ ਜਿਵੇਂ ਨਸ਼ੇੜੀਆਂ ਨੂੰ ਨਿਸ਼ਚਿੰਤ ਕਰਨਾ ਹੋਵੇ, ਫਿਕਰ ਨਾ ਕਰੋ, ਕਹਿੰਦੇ ਉਹ 'ਚ ਪਿਸਟਲ ਵੀ ਆਉਂਦੇ ਆ, ਉਹਦੇ 'ਚ ਗ੍ਰਨੇਡ ਵੀ ਆਉਂਦੇ ਆ, ਉਹਦੇ 'ਚ ਨਸ਼ਾ ਵੀ ਆਉਂਦਾ, ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਵੀ ਬੜੀ ਰੈਗੂਲਰ ਸਪਲਾਈ ਆ ਰਹੀ ਆ। ਲਗਾਤਾਰ ਡਰੋਨ ਜਿਹੜੇ ਸੂਬੇ 'ਚ ਆ ਰਹੇ ਆ, ਤੇ ਇਹ ਕਮਜ਼ੋਰੀ ਕਿਹਦੀ ਆ, ਕਿਉਂ ਆ ਰਿਹਾ? ਲਾ ਐਂਡ ਆਰਡਰ ਜਿਹੜੀ ਸੂਬੇ ਦੀ ਹੈ ਉਹਦੀ ਇਹ ਹਾਲਤ ਕਿਉਂ ਹੈ ਕਿ ਹਰ ਰੋਜ਼ ਤੁਸੀਂ ਆਪ ਮੰਨ ਰਹੇ ਹੋ ਕਿ ਡਰੱਗਸ ਦੀ ਸਪਲਾਈ ਰੈਗੂਲਰ ਆ ਰਹੀ ਹੈ, ਹੁਣ ਡਰੋਨ ਦੇ ਰਸਤੇ ਆ ਰਹੀ ਆ। ਤੇ ਉਹਦਾ ਕਹਿੰਦੇ ਮੈਂ ਜਿਹੜੀ ਸਹੁੰ ਚੁੱਕੀ ਸੀ ਉਹ ਮੈਂ ਨਸ਼ਿਆਂ ਦੀ ਉਹ ਪੂਰੀ ਕਰ ਦਿੱਤੀ। ਇੱਕ ਪਾਸੇ ਤੇ ਡਰੋਨ ਜਿਹੜੇ ਆ ਰਹੇ ਆ ਰੋਜ਼ ਦਿਹਾੜੀ, ਉਹਨੂੰ ਤੁਸੀਂ ਪ੍ਰਾਪਤੀ ਦੱਸ ਰਹੇ,
और दूसरी प्राप्ति की है कि करोना बहुत बढ़ गया। ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਜੀ? ਜਦੋਂ ਸੂਬੇ ਦੇ ਵਿੱਚ ਇਲੈਕਸ਼ਨਾਂ ਕਰਾਈਆਂ ਸੀ ਲੋਕਲ ਗਵਰਨਮੈਂਟ ਦੀਆਂ, ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਪਹਿਲਾਂ ਦੇਖ ਲਓ ਕਿ ਇੱਕ ਵਾਰੀ ਪੂਰੀ ਤਰ੍ਹਾਂ ਖਤਮ ਹੋ ਲੈਣ ਦਿਓ, ਤੇ ਉਦੋਂ ਤੁਹਾਨੂੰ ਕਾਹਲੀ ਸੀ ਕਿ ਅਸੀਂ ਹੁਣ ਕਬਜ਼ੇ ਕਰਨੇ ਆ ਕਮੇਟੀਆਂ ਦੇ ਉੱਤੇ ਜ਼ਬਰਦਸਤੀ ਜ਼ਬਰ ਜ਼ੁਲਮ ਕਰਕੇ, ਤੇ ਤੁਸੀਂ ਸਾਰੇ ਨਾਰਮ ਉਦੋਂ ਤੁੜਵਾ ਦਿੱਤੇ, ਤੇ ਉਦੋਂ ਇਲੈਕਸ਼ਨ ਧੱਕੇ ਨਾਲ ਅਨਾਉਂਸ ਕਰ ਦਿੱਤੀ। ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀ, ਕਿਸਾਨ ਵੀ ਕਹਿ ਰਹੇ ਸੀ ਕਿ ਹਾਲੇ ਸਾਡਾ ਕੰਮ ਇਫੈਕਟ ਹੋਏਗਾ ਅੰਦੋਲਨ ਦਾ, ਤੇ ਤੁਸੀਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਨਾ ਕਰਾਓ। ਉਦੋਂ ਤੁਹਾਨੂੰ ਇਲੈਕਸ਼ਨਾਂ ਚੜੀਆਂ ਸੀ ਕਿ ਅਸੀਂ ਡੰਡੇ ਦੇ ਨਾਲ ਜਿੱਤਣੀਆਂ ਨੇ, ਬਾਅਦ ਦੇ ਵਿੱਚ ਸਾਡਾ ਦਾ ਨਹੀਂ ਲੱਗਣਾ। ਤੇ ਅੱਜ ਤੁਸੀਂ ਜਿਹੜੇ ਆ ਸੂਬੇ ਦੇ ਵਿੱਚ ਹੁਣ ਕਹਿੰਦੇ ਕਿ ਕਰੋਨਾ ਵੱਧ ਗਿਆ। ਮੈਂ ਪੁੱਛਣਾ ਚਾਹੁੰਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਕਿਉਂ ਨਹੀਂ ਦੱਸਿਆ ਕਿ ਮੈਂ ਸੂਬੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਵਾਸਤੇ ਆਹ ਸਟੈਪਸ ਲਏ? ਉਹਦੇ ਤੇ ਕੋਈ ਐਕਸਪਲੇਨੇਸ਼ਨ ਨਹੀਂ। ਮੈਂ ਹੈਰਾਨ ਹੁੰਦਾ ਕਿ ਕਰੋਨਾ ਦੇ ਉੱਤੇ ਬੜੀਆਂ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਾਹਿਬ ਦੀਆਂ ਹੁੰਦੀਆਂ। ਅੰਮ੍ਰਿਤਸਰ ਦੇ ਵਿੱਚ CMO ਦੀ ਡੈਥ ਜਿਹੜੀ ਸ਼ਰਮਾ ਸਾਹਿਬ ਦੀ ਕਰੋਨਾ ਕਰਕੇ ਹੋਈ, ਉਹ ਬੜੀ ਇਮਾਨਦਾਰੀ ਨਾਲ ਡਿਊਟੀ ਕਰਦੇ ਸੀ। ਉਸ ਵੇਲੇ ਉਹ ਕਰੋਨਾ ਗ੍ਰਸਤ ਹੋ ਗਏ, ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਵਾਈਫ ਨੂੰ ਕੁਝ ਮਹੀਨੇ ਬਾਅਦ ਸੁਸਾਈਡ ਕਰਨਾ ਪਿਆ, ਉਹ ਵੀ ਡਾਕਟਰ ਸੀ, ਕਿਉਂਕਿ ਸੂਬੇ ਦੀ ਸਰਕਾਰ ਨੇ ਜਿਹੜੇ ਉਹਨਾਂ ਦੇ ਡਿਊ ਸੀ ਉਹ ਨਹੀਂ ਦਿੱਤੇ। ਤੇ ਇਹਨਾਂ ਕੁ ਤੇ ਤੁਸੀਂ ਕਰੋਨਾ ਕੰਟਰੋਲ ਕਰਨ ਵਾਲਿਆਂ ਵਾਸਤੇ ਜਿਹੜਾ ਉਹ ਤਿਆਰ ਕੀਤਾ। ਔਰ ਤੁਹਾਡੇ ਸਰਕਾਰੀ ਹਸਪਤਾਲਾਂ ਦੀ ਮੁੱਖ ਮੰਤਰੀ ਸਾਹਿਬ ਇਹ ਹਾਲਤ ਹੈ ਕਿ ਕੋਈ ਵੀ ਜਦੋਂ VIP ਕਿਸੇ ਨੂੰ ਕਰੋਨਾ ਹੁੰਦਾ ਉਹਦੇ ਚੋਂ ਦਾਖਲ ਨਹੀਂ ਹੁੰਦਾ। ਪਰ 3-4 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੜੀ ਵੱਡੀ ਘਟਨਾ ਹੋਈ ਕਿ ਸਿਵਲ ਹਸਪੀਟਲ ਦੇ ਅੰਦਰ ਆ ਕੇ ਦੋ ਗਰੁੱਪ ਆਪੋ 'ਚ ਲੜ ਪਏ, ਗੋਲੀ ਚੱਲੀ ਤੇ ਇੱਕ ਡਾਕਟਰ ਦੇ ਵੀ ਗੋਲੀ ਲੱਗੀ। ਮੈਨੂੰ ਉਸ ਗੱਲ ਦਾ ਅਫਸੋਸ ਹੈ, ਉਹ ਡਿਊਟੀ ਤੇ ਸੀ, ਉਹਦੀ ਜਾਨ ਖਤਰੇ ਦੇ ਵਿੱਚ ਪਈ। ਇਸ ਗੱਲ ਲਈ ਮੈਂ ਸ਼ੁਕਰੀਆ ਅਦਾ ਕਰਦਾ ਪਰਮਾਤਮਾ ਦਾ ਕਿ ਉਹਦੀ ਜਾਨ ਬਚੀ, ਉਹ ਠੀਕ ਹੈ। ਪਰ ਮੈਂ ਦੋ ਕੁਐਸਚਨ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਪਹਿਲੀ ਤਾਂ ਲਾਅ ਐਂਡ ਆਰਡਰ ਦੀ ਕੀ ਹਾਲਤ ਹੈ ਕਿ ਗੋਲੀਆਂ ਹਸਪਤਾਲਾਂ ਦੇ ਅੰਦਰ ਵਿੱਚ ਜਾ ਕੇ ਚੱਲਦੀਆਂ, ਇੰਨੀ ਲਾਅਲੈਸਨੈਸ ਕਿਉਂ ਹੈ? ਔਰ ਦੂਜਾ ਵੱਡਾ ਕੁਐਸਚਨ ਕਿ ਡਾਕਟਰ ਨੂੰ ਪੱਟ ਦੇ ਵਿੱਚ ਗੋਲੀ ਲੱਗੀ ਸਿਵਲ ਹਸਪੀਟਲ ਦੇ ਅੰਦਰ, ਉਹਨੂੰ ਇਲਾਜ ਵਾਸਤੇ ਪ੍ਰਾਈਵੇਟ ਹਸਪਤਾਲ ਕਿਉਂ ਨਹੀਂ ਜਾਣਾ ਪਿਆ? ਜਦੋਂ ਪਬਲਿਕ ਨੂੰ ਬਾਹਰ ਕਿਤੇ ਗੋਲੀ ਲੱਗਦੀ ਹੈ ਤਾਂ ਉਹਨੂੰ ਫਟਾਫਟ ਸਿਵਲ ਹਸਪੀਟਲ ਜਾਣਾ ਪੈਂਦਾ, ਕਿਉਂਕਿ ਉੱਥੇ ਪਰਚਾ ਦਰਜ ਕਰਨਾ ਪੈਂਦਾ। ਤੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਬਾਹਰੋਂ ਸਟ੍ਰੈਚਰ ਤੇ ਪਾ ਕੇ ਸਿਵਲ ਹਸਪੀਟਲ 'ਚ ਲੈ ਜਾਂਦੇ ਹੋ, ਦੱਸੋ ਮੈਨੂੰ ਉਹ ਕਿਤੇ ਰਹਿਮ ਦੇ ਉੱਤੇ ਫਿਰ ਰਹਿੰਦੇ ਆ? ਇਹੀ ਤੁਹਾਡੀ ਪ੍ਰਾਪਤੀ ਹੈ ਨਾ ਹੈਲਥ ਦੀ, ਕਿ ਜੇ ਕਿਸੇ VIP ਨੂੰ ਪ੍ਰੋਬਲਮ ਹੋ ਜਾਏ ਤਾਂ ਇਮੀਡੀਏਟਲੀ ਕੋਈ ਫੋਰਟਿਸ ਆ ਜਾਂਦਾ, ਕੋਈ ਮੈਕਸ ਚਲਾ ਜਾਂਦਾ, ਕੋਈ ਦਿੱਲੀ ਚਲਾ ਜਾਂਦਾ। ਤੇ ਜਿਹੜੀ ਮੌਤ ਦਰ 3% ਤੋਂ ਵੱਧ ਆ, ਉਹਦੇ ਵਾਸਤੇ ਹਾਲੇ ਤੱਕ ਸਟੇਟ ਨੇ ਕੀ ਕੀਤਾ? ਇਹ ਹਾਲਤ ਕਿਉਂ ਹੈ ਕਿ ਕੋਈ ਖੁਦ ਡਾਕਟਰ ਆਪਣੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਨੂੰ ਤਿਆਰ ਨਹੀਂ ਹੈ? ਇਹਦੇ ਵਾਸਤੇ ਜ਼ਿੰਮੇਵਾਰ ਕੌਣ? ਇਸ ਲਈ ਮੈਂ ਸਮਝਦਾ ਕਿ 4 ਸਾਲ ਦੀ ਜਿਹੜੀ ਓਵਰਆਲ ਕਾਰਗੁਜ਼ਾਰੀ ਹੈ ਸਰਕਾਰ ਦੀ, ਬਹੁਤ ਤਰਸਯੋਗ ਹੈ। ਨਾ ਲਾਅ ਐਂਡ ਆਰਡਰ ਹੈ, ਨਾ ਡਿਵੈਲਪਮੈਂਟ ਹੈ, ਨਾ ਗਵਰਨੈਂਸ ਹੈ, ਚਾਰੇ ਪਾਸੇ ਕਰਪਸ਼ਨ ਹੈ। ਔਰ 5% ਵੀ ਮੈਂ ਕਹਿ ਸਕਦਾ ਜਿਹੜਾ ਗਿਣਤੀ ਦੇ ਨਾਲ ਕਿ 5% ਵੀ ਆਪਣਾ ਮੈਨੀਫੈਸਟੋ ਜਿਹੜਾ ਉਹ ਕਾਂਗਰਸ ਸਰਕਾਰ ਨੇ ਲਾਗੂ ਨਹੀਂ ਕੀਤਾ। ਪਰ ਅੱਜ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਹੁੰ ਤੇ ਉੱਤੇ ਝੂਠੀ ਸਹੁੰ ਫੇਰ ਖਾਧੀ ਹੈ। ਇਹ ਵੀ ਸਹੁੰ ਹੀ ਹੁੰਦੀ ਜਦੋਂ ਮੈਂ ਤੁਹਾਡੇ ਵਿੱਚ ਗੱਲ ਕਰ ਰਿਹਾ, ਤੇ ਸੱਚੀ ਗੱਲ ਮੈਨੂੰ ਕਰਨੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਕੁਰਸੀ ਤੇ ਬਣੇ ਰਹਿਣ ਦਾ ਹੱਕ ਨਹੀਂ, ਉਹਨਾਂ ਨੂੰ ਅੱਜ ਇਮਾਨਦਾਰੀ ਦੇ ਨਾਲ ਅੱਜ ਅਸਤੀਫਾ ਦੇ ਦੇਣਾ, ਕਿਉਂਕਿ ਜੋ ਹਾਲਾਤ ਹੈ। ਮੈਂ ਫੇਰ ਦਿਖਾ ਦੇਣਾ ਇੱਕ ਵਾਰੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ, ਉਹ ਵੀਡੀਓ ਤੁਹਾਡੇ ਸਾਹਮਣੇ ਫੇਰ ਚਲਾ ਦੇਣਾ, ਫਿਰ ਕੋਈ ਤੁਹਾਡਾ ਕੁਐਸਚਨ ਹੋਏ, ਕਿਉਂਕਿ ਇਹ ਜੋ ਅੱਜ ਉਹਨਾਂ ਨੇ ਕਿਹਾ ਔਰ ਇਹ ਜੋ ਉਹਨਾਂ ਨੇ ਲਿਖ ਕੇ ਦਿੱਤਾ, ਮੈਂ ਸਮਝਦਾ ਕਿ ਇਸ ਤੋਂ ਵੱਡੇ ਹੋਰ ਕੋਈ ਰਿਕਾਰਡ ਨਹੀਂ ਚਾਹੀਦਾ, ਕੋਈ ਡਾਕੂਮੈਂਟ ਨਹੀਂ ਚਾਹੀਦਾ। ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅੱਜ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ। ਚਲਾ ਦਿਓ।
ਠੀਕ ਹੋ मेरा तो वही है पीछे प्रसाद छोड़ रहे प्रसाद विमच में ठीक है जी ठीक है हाँ जी और कुछ जी किसी का कोई क्वेश्चन जी पहला तो विकास की लहर है बजट दसदा कैपीटल एक्सपेंडिचर 6822 ਹੁਣ 6822 ਕਰੋੜ ਦੇ ਨਾਲ ਕਿੰਨਾ ਸੂਬੇ ਦਾ ਵਿਕਾਸ ਹੋ ਸਕਦਾ ਇਹ ਬਜਟ ਦਾ ਡਾਕੂਮੈਂਟ ਹੈ ਮੇਰਾ ਡਾਕੂਮੈਂਟ ਨਹੀਂ ਹੈ ਜਿਹੜਾ ਇਸ ਵਾਰੀ ਬਜਟ ਪੇਸ਼ ਕੀਤਾ ਇਹੀ ਵਿਕਾਸ ਹੋ ਰਿਹਾ ਤੁਸੀਂ ਦੱਸੋ ਕਿ ਕਿੰਨੇ ਸ਼ਹਿਰ ਨੇ ਕਿੰਨੇ ਪਿੰਡ ਨੇ ਤੇ ਕਿੰਨੀ ਰਿਕੁਆਇਰਮੈਂਟ ਹੁੰਦੀ ਹੈ ਤੇ ਕੀ ਜਿਹੜਾ ਡਿਵੈਲਪਮੈਂਟ ਦਾ ਖਰਚਾ देखो सानू कोई नहीं जदों मियाद उहदी पूरी हुंदी है SCPC की उदों इलैक्शन हो जाए सानू कोई दूजा किसी तरह की सानू कोई झिझक नहीं लेकिन उन्होंने भी पता है कि हाले मियाद उन्होंने कितनी रहिंदी है इस करके जदों मियाद पूरी हो जाए सानू कोई इतराज नहीं अपने गवर्नमेंट ऑफ इंडिया ने कराउणी आ होम मिनिस्ट्री करा लो देखो होम मिनिस्ट्री ने कराउणी आ ये उन्होंने पुछो तुसीं कि क्यों नहीं करवा रहे ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਕਰਾ ਲਓ ਤੁਸੀਂ ਜਿੰਨਾ ਹੈਲਥ ਦਾ ਐਕਸਪੈਂਡੀਚਰ ਹੈਲਥ ਦੀ ਮਾਡਰਨਾਈਜੇਸ਼ਨ ਸਾਰੇ CSE ਤੋਂ ਲੈ ਕੇ ਸਾਰੇ ਡਿਸਟ੍ਰਿਕਟ ਹਸਪੀਟਲ ਦੀ ਜਿੰਨੀ ਬਾਲ ਸਾਹਿਬ ਦੀ ਸਰਕਾਰ ਦੇ ਟਾਈਮ ਤੇ ਹੋਈ ਹੈ ਉਹਨੂੰ ਕੰਪੇਅਰ ਕਰ ਲਿਓ ਅੱਜ ਦੇ ਨਾਲ टोटल एक बारी सारा जिहड़ा सिस्टम सी सिविल हॉस्पिटलों का डिस्ट्रिक्ट हॉस्पिटलों का सारा असी एक बारी जिहड़ा है पूरा रिवैम्प किया डॉक्टरों की रिक्रूटमेंट रैगूलर की पर जे तुसीं मेनटेन नहीं करोगे चीज़ों जे एक कोई CT स्कैन लेंदे हो कुछ लेंदे हो 5 सालों तो फिर अगों नवें दी लोड़ पै जाती है कोई भी इंस्ट्रूमेंट है 4-5 सालों बाद तो फिर उन्होंने दोबारा तुहानूं जरूरत पैंदी खरीदण दी जे तुसीं रैगूलरली फंडिंग नहीं करोगे हैल्थ सैक्टर रैगूलरली स्टाफ की रिक्रूटमेंट नहीं करोगे जो मैं कह रहा सच्चाई है देखो डॉक्टर एमरजेंसी के बैठा बेचारा वो गोली लगी है वो साथियों ने उन्होंने चक के प्राइवेट हॉस्पिटल लैके गए तो बाहर किसी ने सड़क पर गोली लगी आप सिविल हॉस्पिटल लैके जाने तो उन्होंने की हाल होंगे कोई रीजन है कि सारे देश के विच कॉन्सटेंटली डेथ रेट 3% तो उत्ते आ रहा क्यों आ रहा कितने तक घटे ना सिर्फ यह है कि कोई ध्यान नहीं दे रहा इस गल वास्ते कि कितने फॉल्ट है कोई देखने वाला कोई नहीं है कला प्रेस कानफ्रेंसा नाल करोना नहीं कंट्रोल हो सकता कला करफ्यू के नाल करफ्यू का की रोल है नाइट करफ्यू का की रोल है दसो एक तो रोल हो गया भी शराब विक गई 5500 करोड़ का स्टेट नूं रेवन्यू लॉस हो गया अदरवाइज दसो मैनूं नाइट करफ्यू का साइंटिफिक की रोल है क्योंकि जिथे फोकस करना चाहिए उन्होंने असीं तैयार ही नहीं करते साडी टर्शरी केयर जिहड़ी आ वो वस्ट हैगी असीं उन्होंने तैयार नहीं करते नहीं वो मेरे ख्याल थोड़ा जिहा शब्दों का पंजाबी कई बार वो गलत यूज करते उन्होंने कहना चाहिए सी ना पा दिते मैं कुछ लीडर क्योंकि हुण इलैक्शन आ गई तो यही कुछ फिर वो पुराना बंदा भी आ गया झूठ बोलने वाली मशीन तो उन्होंने पता हुण भी आ 4 साल की कारगुजारी तो तुहाडे सामने है ये तो चोणां नहीं लड़ियां जा सकदियां ना ये जिहड़ी कारगुजारी है ये तो चोणां नहीं लड़ियां जा सकदियां इस करके आ नहीं गए वो पा देणगे जिद्दां मर्जी ना क्योंकि उन्होंने पता भी अगे एको ही गल हैगी आ
ਵੀ ਹੁਣ ਫਿਰ ਝੂਠ ਬੋਲਣਾ ਸ਼ੁਰੂ ਕਰੋ, ਨਵੇਂ ਬੰਦੇ ਰੱਖ ਲਏ ਫਿਰ ਦੁਬਾਰਾ। ਨਹੀਂ, ਹੁਣ ਪਬਲਿਕ ਬਹੁਤ ਸਚੇਤ ਹੋ ਚੁੱਕੀ। ਪਿਛਲੀ ਵਾਰੀ ਬੜਾ ਵੱਡਾ ਵਿਸ਼ਵਾਸਘਾਤ ਲੋਕਾਂ ਦੇ ਨਾਲ ਹੋਇਆ, ਇਹ ਕਰਕੇ ਇਹ ਤਾਂ ਹੁਣ ਸਹੁੰ ਝੂਠੀਆਂ ਖਾਣ ਦੀ ਸਜ਼ਾ ਕੀ ਹੁੰਦੀ ਹੈ, ਇਹ ਵੀ ਹੁਣ ਪੰਜਾਬ 'ਚ ਇਤਿਹਾਸ ਪੈਦਾ ਹੋਊਗਾ, ਕ੍ਰੀਏਟ ਹੋਊਗਾ। ਲੋਕੀ ਬਹੁਤ ਮਾੜਾ ਸਮਝਦੇ ਇਸ ਗੱਲ ਨੂੰ। ਲੋਕੀ ਤਾਂ ਵੈਸੇ ਗੱਲ ਕਰਕੇ ਕੋਈ ਝੂਠਾ ਮੁੱਕਰ ਜਾਵੇ ਪੰਚਾਇਤ ਦੇ ਵਿੱਚ ਤੇ ਤਾਂ ਸਾਰੀ ਉਮਰ ਮਾਫ ਨਹੀਂ ਕਰਦੇ, ਤੇ ਆਹ ਜਿਹੜੇ ਹੁਣ ਗੱਲਾਂ ਕਰਕੇ ਅੱਜ ਤਾਂ ਹੀ ਭੱਜਣ ਦੀ ਕੋਸ਼ਿਸ਼ ਹੋ ਰਹੀ ਹੈ ਨਾ, ਵੀ ਮੈਂ ਸਹੁੰ ਵੇਲੇ ਇਹ ਨਹੀਂ ਕਿਹਾ ਸੀ। ਇਹ ਤਾਂ ਹੁਣ ਕੁਦਰਤੀ ਰਿਕਾਰਡ ਹੈਗੇ, ਮੁੱਕਰ ਨਹੀਂ ਸਕਦੇ। ਪਰ ਕੀ ਇਹ ਹੈਗੇ ਕੋਈ ਚੰਗਾ ਸ਼ੋਭਾ ਦਿੰਦਾ ਮੁੱਖ ਮੰਤਰੀ ਸਾਹਿਬ ਦੇ ਲੈਵਲ ਤੇ ਇਸ ਤਰ੍ਹਾਂ ਤੁਸੀਂ ਆਪਣੇ ਸ਼ਬਦਾਂ ਤੋਂ ਪਿੱਛੇ ਜਾਓ? ਨਹੀਂ, ਕਿਹੜੇ ਕੇਸ ਦੇ ਵਿੱਚ? ਨਹੀਂ, ਹਾਈ ਕੋਰਟ ਦਾ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ। ਉਹ ਤਾਂ ਹੁਣ ਕੀ ਰਿਪੋਰਟ ਹੈ ਕੀ ਨਹੀਂ ਹੈ, ਉਹ ਤਾਂ ਹਾਈ ਕੋਰਟ ਦੇ ਵਿੱਚ ਹੈਗਾ। ਜਦੋਂ ਹਾਈ ਕੋਰਟ ਉੱਤੇ ਫੈਸਲਾ ਕਰੇਗੀ ਉਦੋਂ ਜਿਹੜੀ ਹੈ ਉਹ 'ਤੇ ਗੱਲ ਹੋ ਸਕਦੀ। ਉਹ ਰਿਪੋਰਟ ਸਰਕਾਰ ਨੇ ਕੀਤੀ ਹੈ, ਮਹਿਕਮੇ ਨੇ ਕੀਤੀ ਹੈ, ਤਾਂ ਹਾਈ ਕੋਰਟ ਦੇ ਵਿੱਚ ਹੈ, ਉਹਦੇ 'ਤੇ ਮੈਂ ਤਾਂ ਕੀ ਕਮੈਂਟ ਕਰ ਸਕਦਾ। ਨਹੀਂ, ਮੁੱਖ ਮੰਤਰੀ ਸਾਹਿਬ ਬੜੇ ਸਿਆਣੇ ਸੀ, ਉਹਨਾਂ ਨੇ ਕਈ ਭਾਸ਼ਾਵਾਂ ਦੇ ਵਿੱਚ ਰਿਟਨ ਵੀ ਦਿੱਤਾ ਹੋਇਆ। ਮੈਂ ਤਾਂ ਹੀ ਪੜ੍ਹ ਕੇ ਦੱਸਿਆ ਨਾ ਕਿ ਕਿੱਥੋਂ ਮੁੱਕਰੋਗੇ। ਨਹੀਂ, ਆਹ ਦਿੱਤੀ ਹੋਈ ਆ, ਡਰੱਗ ਸਪਲਾਈ, ਡਿਸਟ੍ਰੀਬਿਊਟ ਐਂਡ ਕੰਜ਼ੰਪਸ਼ਨ 4 ਹਫ਼ਤੇ ਵਿੱਚ ਬੰਦ, ਠੀਕ ਹੈ ਨਾ। 4 ਵੀਕਸ ਡਨ ਵਿਦ ਡਰੱਗਸ ਇਨ 4 ਵੀਕਸ ਓਨਲੀ। ਨਹੀਂ, ਮੈਂ ਤਾਂ ਕਿਹਾ ਕਈ ਤਰੀਕੇ ਨਾਲ ਕਿਹਾ ਹੋਇਆ। ਨੱਕ ਤੋੜਨ ਦਾ ਮਤਲਬ ਕੀ ਹੁੰਦਾ? ਪ੍ਰੈਕਟੀਕਲੀ ਬੰਦੇ ਨੂੰ ਡੈਡ ਕਰਨਾ। ਨੱਕ ਤੋੜਨ ਦਾ ਮਤਲਬ ਕੀ ਹੁੰਦਾ? ਮੈਨੂੰ ਵੀ ਦੱਸਣ ਪੰਜਾਬੀ 'ਚ ਫਿਰ ਕਿ ਨੱਕ ਤੋੜਨ ਦਾ ਮਤਲਬ ਕੀ ਹੁੰਦਾ। ਕਿਸੇ ਦੀ ਸਪਾਈਨ ਤੁਸੀਂ ਤੋੜ ਦਿਓ ਤੇ ਸਾਰਾ ਬੰਦਾ ਪੈਰਾਲਾਈਜ਼ ਹੋ ਜਾਂਦਾ, ਹੀ ਹੈ ਨਾ, ਕਿ ਕੁਝ ਨਹੀਂ ਕਰ ਸਕਦਾ। ਖਤਮ ਕਰਨ ਤੋਂ ਵੀ ਜ਼ਿਆਦਾ ਬੁਰਾ ਹੁੰਦਾ ਨੱਕ ਤੋੜਨਾ, ਕਿਉਂਕਿ ਕਿਸੇ ਬੰਦੇ ਦਾ ਲੱਕ ਟੁੱਟੇ ਵਾਲੇ ਨੂੰ ਪੁੱਛ ਕੇ ਦੇਖ ਲਓ, ਮੈਂ ਤਾਂ ਡਾਕਟਰ ਹਾਂ, ਕਿ ਉਹ ਕੀ ਚਾਹੁੰਦਾ। ਉਹ ਕਹੇਗਾ ਵੀ ਇੱਦੋਂ ਮੇਰੀ ਜਾਨ ਨਿਕਲ ਜਾਵੇ, ਉਹ ਚੰਗੀ ਹੈ। ਇਹਦੇ ਵਾਸਤੇ ਤਾਂ ਮੈਂ ਤੁਹਾਨੂੰ ਤਾਂ ਹੀ ਬੇਨਤੀ ਕਰਨਾ ਕਿ ਇਨਵੈਸਟੀਗੇਸ਼ਨ ਦੀ ਲੋੜ ਹੈ। ਇਨਵੈਸਟੀਗੇਟਿਵ ਜਰਨਲਿਜ਼ਮ ਕਰੋ। ਇਹ ਤਾਂ ਪਬਲਿਕ ਵੀ ਹੈਰਾਨ ਹੁੰਦੀ ਹੈ ਇਹਨਾਂ ਗੱਲਾਂ ਤੋਂ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ। ਠੀਕ ਹੈ ਗੱਲ, ਇਹ ਜਿਹੜੀ ਗੱਲ ਕਹਿ ਰਹੇ ਹੋ ਤੁਸੀਂ ਠੀਕ ਹੈ। ਮੈਂ ਤਾਂ ਇਹਨਾਂ ਜਾਂ ਕਾਫੀ ਹੱਦ ਤੱਕ ਤੁਹਾਡੀ ਗੱਲ ਨੂੰ ਸਮਝਦਾ। ਮੈਂ ਹੀ ਪੁੱਛਦਾ ਨਾ ਵੀ ਜਿਹੜੇ ਸਟੈਪਸ ਅਸੀਂ ਲੈਂਦੇ ਹਾਂ ਵੀ ਇਹ ਕਰੋਨਾ ਇਹਦੇ ਨਾਲ ਕੰਟਰੋਲ ਹੋ ਜਾਊਗਾ, ਵੀ ਇੰਨੇ ਤੋਂ ਲੈ ਕੇ ਇੰਨੇ ਵਜੇ ਤੱਕ ਨਾਈਟ ਕਰਫਿਊ ਆ। ਨਹੀਂ, ਮੈਂ ਹੀ ਕਹਿ ਰਿਹਾ ਵੀ ਮਾੜੀ ਹਾਲਤ ਹੈ ਸਾਡੇ। ਮੈਂ ਇਹੀ ਕਹਿ ਰਿਹਾ ਨਾ, ਹੁਣ ਅਸੀਂ ਇਹ ਤਾਂ ਨਹੀਂ ਆਪਣੇ ਬੰਦੇ ਨੂੰ ਕਹੀਏ ਵੀ ਤੁਸੀਂ ਇੱਥੇ ਸਾਰੇ ਜਣੇ ਇੱਥੇ ਹੀ ਕਰਾਓ, ਜਦੋਂ ਹੈ ਹੀ ਹਾਲਤ ਮਾੜੀ ਆ। ਮੈਂ ਤੁਹਾਨੂੰ ਡਾਕਟਰ ਦੀ ਉਦਾਹਰਨ ਦਿੱਤੀ ਹੈ ਕਿ ਜਿਹਨੂੰ ਐਮਰਜੈਂਸੀ ਦੇ ਵਿੱਚ ਗੋਲੀ ਲੱਗੀ ਆ, ਉਹਨੂੰ ਵਿਚਾਰੇ ਨੂੰ ਵੀ ਉੱਥੋਂ ਬਾਹਰ ਜਾਣਾ ਪਿਆ। ਇਸ ਤੋਂ ਵੱਡੀ ਉਦਾਹਰਨ ਕੀ ਹੋ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ, ਕਿ ਐਮਰਜੈਂਸੀ 'ਚ ਆਪਾਂ ਰੈਫਰ ਕਰਦੇ ਹਾਂ ਸਾਰਿਆਂ ਨੂੰ। ਕਿਸੇ ਨੂੰ ਬਾਹਰ ਕੋਈ ਮੈਡੀਕਲ ਕੇਸ ਹੋਵੇ, ਪਹਿਲਾਂ ਸਿਵਲ ਹਸਪਤਾਲ ਜਾਣਾ ਹੀ ਜਾਣਾ। ਤੇ ਜੇ ਉੱਥੇ ਡਾਕਟਰਸ ਆਪਣੇ ਆਪ ਸੇਫ ਨਹੀਂ ਹੈਗੇ ਤੇ ਗਵਰਨਮੈਂਟ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ। ਕੋਈ ਕਿਉਂ ਸਾਡੀ ਇੰਨਾ ਬੁਰੀ ਹਾਲਤ ਆ? ਸਾਡੇ ਤਾਂ ਜਿਹੜੇ ਪਿੱਛੇ ਇੰਨਾ ਹਾਹਾਕਾਰ ਮੱਚੀ ਸੀ, ਇਹ ਪਾਬੰਦੀਆਂ ਇਸੇ ਕਰਕੇ ਲਾਈਆਂ ਜਾਂਦੀਆਂ ਵੀ ਲੋਕਾਂ ਦੇ ਕੋਲ ਗੱਲ ਬਾਹਰ ਨਾ ਆਵੇ। ਜੋ ਸੱਚਾਈ ਹੈ ਹਸਪੀਟਲਾਂ ਦੇ ਅੰਦਰ ਦੀ, ਤੁਸੀਂ ਜਾ ਕੇ ਦੇਖੋ, ਜਿਹੜੇ ਪੇਸ਼ੈਂਟ ਰਹਿ ਕੇ ਆਏ ਉਹਨਾਂ ਨੂੰ ਪੁੱਛੋ। ਜਿਹੜੇ ਐਗਰੀਮੈਂਟਾਂ ਦੇ ਵਿੱਚ ਕੋਈ ਗਲਤ ਗੱਲ ਸੀ ਤਾਂ 4 ਸਾਲ ਦਾ ਸਮਾਂ ਕਾਫੀ ਸੀ। ਆ ਮੈਂ ਜਿਹੜੇ 4200 ਕਰੋੜ ਦੇ ਕੇਸ ਹਾਰੇ ਆ, ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਤ ਕੇ ਗਏ ਸੀ, ਠੀਕ ਹੈ ਨਾ। ਇਹ 4200 ਕਰੋੜ ਜਿਹੜਾ ਇਹ ਲੋਕਾਂ ਦੇ ਪਿਆ। ਤੁਸੀਂ ਹਾਈ ਕੋਰਟ ਦੀ ਜੱਜਮੈਂਟ ਪੜ੍ਹੋ ਕਿ ਜੱਜ ਨੇ ਲਿਖਿਆ ਕੀ ਆ, ਕਿ ਤੁਹਾਨੂੰ ਪਹਿਲਾਂ ਆਉਣਾ ਚਾਹੀਦਾ ਸੀ ਹਾਈ ਕੋਰਟ 'ਚ। ਤੁਸੀਂ 2-2.5 ਸਾਲ ਕਿਉਂ ਡਿਲੇ ਕੀਤਾ? ਉਹਦੇ ਕਰਕੇ ਕੇਸ ਡਿਸਮਿਸ ਹੋਇਆ। ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਕੋਲਾ ਵਾਸ਼ ਕਰਨ ਦੇ ਨਾਂ ਦੇ ਉੱਤੇ ਕੰਟਰੈਕਟ ਦੇ ਵਿੱਚ ਲਿਖਿਆ ਵੀ ਨਹੀਂ ਉਹਦਾ ਹਿੱਸਾ ਨਹੀਂ ਹੈ, ਤਾਂ ਫਿਰ ਸਰਕਾਰ ਕੇਸ ਕਿਉਂ ਹਰੀ ਹੈ?
ਇਹਦੇ ਤੇ ਕੋਈ ਜਵਾਬਦੇਹੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਜੇ ਤੁਸੀਂ ਕੰਪਨੀਆਂ ਦੇ ਉੱਤੇ 4200 ਕਰੋੜ ਰੁਪਏ ਦਾ ਕਰਜ਼ਾ ਹੋਰ ਪਾਤਾ ਤੇ ਕਿੱਥੋਂ ਉੱਠਣਗੀਆਂ ਕੰਪਨੀਆਂ? ਫਿਰ ਉਹ ਨਾਲ ਦੀ ਨਾਲ ਚੁੱਪ ਕਰਕੇ ਰੇਟ ਵੱਧ ਜਾਂਦੇ ਆ, ਦਿਓ ਪੇਮੈਂਟ ਦੇਣ ਦੀ ਕਾਹਲੀ ਆ ਤੇ ਨਾਲ ਦੀ ਨਾਲ ਰੇਟ ਵਧਾਈ ਜਾਓ। ਹਾਂਜੀ, ਦੇਖੋ ਇਸ ਸਰਕਾਰ ਦੇ ਵਿੱਚ ਰੈਵਨਿਊ ਜਨਰੇਸ਼ਨ ਨਾਂ ਦੀ, ਰਿਸੋਰਸ ਮੋਬਿਲਾਈਜੇਸ਼ਨ ਨਾਂ ਦੀ ਕੋਈ ਟਰਮ ਹੀ ਨਹੀਂ ਹੈਗੀ। ਮੈਂ ਤਾਂ ਇਹ ਕਹਿ ਰਿਹਾ ਕਿ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ 5 ਸਾਲਾਂ 'ਚ ਤੁਸੀਂ ਵਧਾਤਾ ਤੇ ਕੈਪੀਟਲ ਐਕਸਪੈਂਡੀਚਰ ਤੁਹਾਡਾ ਕਿੰਨਾ ਤੁਸੀਂ ਦੇਖ ਲਓ, ਤੇ ਬਾਕੀ ਕਿਹੜੇ ਕੰਮਾਂ ਤੇ ਦਿੱਤਾ ਜਾ ਰਿਹਾ? ਕਰਜ਼ੇ ਲੈ ਕੇ ਤਨਖਾਹਾਂ ਤਾਂ ਨਹੀਂ ਦੇਣੀਆਂ ਹੁੰਦੀਆਂ, ਤੁਸੀਂ ਕੋਈ ਜਨਰੇਟ ਵੀ ਕਰਨੇ ਹੁੰਦੇ ਆਪਣੇ ਸਾਧਨ। ਜੇ ਤੁਸੀਂ ਰੇਤਾ ਦਾ ਪੈਸਾ ਜੇਬਾਂ 'ਚ ਪਾਈ ਜਾਓਗੇ, ਸ਼ਰਾਬ ਦਾ ਪੈਸਾ ਜੇਬਾਂ 'ਚ ਪਾਈ ਜਾਓਗੇ, ਬਾਕੀ ਜਿਹੜਾ ਹੈਗਾ ਅੱਜ ਇਹ ਵੀ ਨਹੀਂ ਦੱਸਿਆ ਇਹਨਾਂ ਨੇ ਕਿ ਡੀਜ਼ਲ ਤੇ ਪੈਟਰੋਲ ਤੋਂ ਕਿੰਨੀ ਆਮਦਨ ਹੁੰਦੀ ਹੈ। ਜਿਹੜੀ ਹੈ ਅਸਲੀ ਤਾਂ ਦੱਸਣ ਵਾਲੀ ਗੱਲ ਉਹ ਸੀ, ਉਹ ਲੁਕਾ ਲਈ, ਕਿਉਂਕਿ ਸਭ ਤੋਂ ਵੱਧ ਟੈਕਸ ਜਿਹੜਾ ਡੀਜ਼ਲ ਦੇ ਉੱਤੇ ਆ ਪੰਜਾਬ ਦਾ ਆਪਣਾ ਵੈਟ ਹੈ। ਜੇ ਕੇਂਦਰ ਨੂੰ ਆਪਾਂ ਆਲੋਚਨਾ ਕਰਦੇ ਹਾਂ ਤੇ ਇਹਨਾਂ ਦਾ ਆਪਣਾ ਕਿੰਨਾ ਆ ਰਿਹਾ, ਬੋਝ ਕਿੰਨਾ ਪਾ ਰਿਹਾ, ਮਹਿੰਗਾਈ ਕਿੰਨੀ ਵੱਧ ਰਹੀ ਹੈ। ਇਹ ਸਾਰੀਆਂ ਚੀਜ਼ਾਂ ਅੱਜ ਜਵਾਬ ਤਾਂ ਦੇਣ ਦਾ ਸਮਾਂ ਸੀ, 4 ਸਾਲਾਂ ਬਾਅਦ ਆਪਣੀ ਐਕਸਪਲੇਨ ਕਰਦੇ, ਪਰ ਕੀਤਾ ਤਾਂ ਕੁਛ ਨਹੀਂ। ਥੈਂਕ ਯੂ ਜੀ। ਹਾਂਜੀ, ਕਿਹੜੇ 3 ਕਦਮ ਕਿਹੜੇ ਕੀਤੇ ਦੱਸ ਦਿਓ। ਨਹੀਂ ਸੈਂਡ ਖਤਮ ਹੋ ਗਿਆ, ਪਹਿਲਾਂ ਦੱਸੋ। ਮੈਂ ਤਾਂ ਕਿਹਾ ਨਾ ਤੁਹਾਨੂੰ ਉਹਨਾਂ ਨੇ ਦੱਸਿਆ ਨਹੀਂ, ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀ 1100 ਕਰੋੜ ਕਹਿੰਦੇ ਸੀ ਅਸੀਂ ਰੇਤਾ ਤੋਂ ਕਮਾਉਣਾ, ਕਿਉਂਕਿ ਪਾਲਿਸੀ ਇਹਨਾਂ ਨੇ ਰਿਵਰਸ ਬਿਡਿੰਗ ਵਾਲੀ ਕੈਂਸਲ ਕਰਕੇ ਕੰਪੀਟੀਟਿਵ ਬਿਡਿੰਗ ਦੀ ਕੀਤੀ, ਇਸੇ ਕਰਕੇ ਰੇਟ ਜਿਹੜੇ ਅਸਮਾਨਾਂ ਨੂੰ ਸ਼ੋ ਰਿਹਾ। ਤੇ 1100 ਕਰੋੜ ਕਿੱਥੇ ਆਇਆ ਦੱਸੋ, ਕਿਹੜੇ ਸਾਲ 'ਚ ਆਇਆ 1100 ਕਰੋੜ ਰੁਪਇਆ? ਤੇ ਕਿੰਨੀਆਂ ਰਿਆਇਤਾਂ ਉਹਨਾਂ ਨੂੰ ਕੋਵਿਡ ਦੇ ਪੀਰੀਅਡ 'ਚ ਦਿੱਤੀਆਂ, ਇਹ ਵੀ ਦੇਖੋ। ਸ਼ਰਾਬ ਦੇ ਠੇਕੇਦਾਰਾਂ ਨੂੰ ਕਿੰਨੀਆਂ ਦਿੱਤੀਆਂ ਤੇ ਇਹਨਾਂ ਨੂੰ ਕਿੰਨੀਆਂ ਦਿੱਤੀਆਂ, ਇਹ ਦੋਨੋਂ ਚੀਜ਼ਾਂ ਦੇਖੋ ਨਾ। ਥੈਂਕ ਯੂ ਜੀ, ਥੈਂਕ ਯੂ। ਸਾਰੇ ਲੜੋ ਜੀ ਮਹਾਰਾਜ, ਸਾਰੇ ਤੁਹਾਡੇ ਆ। ਉਧਰ ਉਹਨਾਂ ਨੇ ਦਫ਼ਤਰ ਹੀ ਆ।